अस्सलाम वालेकुम ख़वातीन हज़रात, वक्त होता है आपके हस्बे हाल का। मैं हूं जिसका मेज़बान जुनैद सलीम। नाज़रीन, शो का आगाज़ कर रहे हैं पाकिस्तान के नामवर फिल्मी हिदायतकार जनाब हीरा सुपर हिट साहब की बहुत प्यारी प्यारी और हौसला अफजा बातों से। सदके जावा अपने जुनैद जी दे सदके जावा। मैं ना कि हो जिहा बंदा तेनू पाकिस्तान दे टेलीविजन दे अंदर नहीं लभ सकदा। या टीवी पिछा के लुद के वेख लै पुत्र, जिस बंदे नू दूजे दी पहचान है बंदा ही होई। क्या बात, गल नहीं समझिया मेरी? फिर इन्होंने मिठाई दे दी है। ओए अंसारी, तू गल नू लाइट लै जाना, तेनू गल दी समझ नहीं आ रही। ओए बंदा ही अजीम होए जेड़ा दूजे बंदे नू पछाण लैंदा है। ते इधर वेख, जेड़ा हीरे नू पछाण लैंदा ओ हीरा हीरा या मेरे कोल हीरा ही हीरा मैं पहचानिया ਤੁਹਾਨੂੰ ਉਹ ਸਦਕੇ ਜਾਵਾਂ। ਗੱਲ ਵੇਖੋ ਕੀ ਕਰਨ ਡਏ ਨੇ। ਇਹ ਤੇ ਖਾਲੀ ਹੀਰਾ ਹੈ ਨਾ, ਉਧਰ ਤੇ ਮੇਰਾ ਹੀਰਾ ਸੁਪਰ ਹਿੱਟ ਤੇ। ਇੱਕ ਮਿੰਟ ਪੁੱਤਰ, ਗੱਲ ਦੇਖ ਮੈਂ ਕਿਹੜੀ ਕਰਨ ਲਗਾ। ਜੁਨੈਦ ਜੀ ਪੁੱਤਰ ਜੀ, ਫਿਲਮ ਸ਼ੁਰੂ ਹੋਣ ਚ ਐਵੇਂ ਹੁਣ 4-5 ਦਿਨ ਨਹੀਂ ਰਹਿ ਗਏ ਜੀ। ਮੁੰਡੇ ਜੁਨੈਦ ਸਾਹਿਬ ਘਲਾਏ ਦੇ ਨੇ, ਬੋਰੀਆਂ ਇਕੱਠੀਆਂ ਕਰਨ ਦੇ ਨੇ ਨੋਟ ਪਾਉਣ ਵਾਸਤੇ। ਫਿਲਮ ਸ਼ੁਰੂ ਹੋ ਜਾਣੀ ਹੈ ਬਸ। ਹੀਰਾ ਜੀ, ਮੁਲਕ 'ਚ ਖਾਦ ਪਾਉਣ ਵਾਸਤੇ ਬੋਰੀਆਂ ਲੱਭਣ ਨਹੀਂ ਰਹੀਆਂ ਤੇ ਨੋਟ ਇਕੱਠੇ ਕਰਨ ਵਾਸਤੇ ਕਿੱਥੋਂ ਲੱਭ ਲਈਆਂ ਉਹਨਾਂ ਨੇ? ਔਰ ਜੁਨੈਦ ਜੀ ਐਤਕੀ ਡਿਫਰੈਂਟ ਸਟੋਰੀ ਲਈ ਜੇ ਮੈਂ। ਜਿਹੜੀਆਂ ਆਮ ਸਟੋਰੀਆਂ ਚੱਲਦੀਆਂ ਨਾ ਜੀ ਬਾਜ਼ਾਰ ਦੇ ਵਿੱਚ, ਜੀ ਉਹਦੇ ਚ ਜ਼ਰਾ ਡਿਫਰੈਂਟ ਸਟੋਰੀ ਜਨਾਬ ਚੁੱਕੀ ਜੀ ਐਤਕੀ। 4 ਦੋਸਤਾਂ ਦੀ ਸਟੋਰੀ ਹੈ ਤੇ ਦੋਸਤ ਸੁਣੋ ਕਿਹੜੇ ਕਿਹੜੇ ਨੇ। ਹਾਏ ਹਾਏ ਹਾਏ, ਇੱਕ ਬਾਂਦਰ, ਇੱਕ ਬੱਕਰਾ, ਇੱਕ ਸੱਪ ਤੇ ਇੱਕ ਨਿਆਵਲਾ। 4 ਟਰੈਕ ਜੁਨੈਦ ਸਾਹਿਬ ਇਹੋ ਜਿਹੇ ਨੇ ਫਿਲਮ 'ਚ ਕਿ ਹਰ ਟਰੈਕ ਤੁਹਾਨੂੰ ਬੰਨ ਕੇ ਰੱਖੇਗਾ। हीरा जी, ये जो कैरेक्टर्स आप फिल्म में डाल रहे हैं ना, हीरा, बांदर, सांप, नेओला, आप हीरा सुपर हिट नहीं, फिर हीरा मदारी बन जाएंगे। ਅਸੀਂ ਤਾਂ ਸੁਣ ਹੀ ਨਹੀਂ ਸਕਦੇ। ਸਦਕੇ ਜਾਵਾਂ, ਸੁਣੋ ਜ਼ਰਾ, ਇਹ ਦੇਖੋ, ਇਹ ਹੁੰਦੀ ਜੀ ਅਕਲ। ਅਗਲੀਆਂ ਨੇ ਦੇਖੋ ਲਫ਼ਜ਼ ਕੀ ਕੱਢਿਆ, ਮਦਾਰੀ। ਤੇ ਫਿਲਮ ਦਾ ਨਾਮ ਕੀ ਮਦਾਰੀ। ਫਰੇਮ ਖੁੱਲ ਗਈ ਆਈ, ਗੱਲ ਨਹੀਂ ਸਮਝਿਆ। ਇਹ ਜਿਵੇਂ ਰੋਜ਼ ਸਿਆਸਤ 'ਚ ਕੋਈ ਨਾ ਕੋਈ ਕਟਾ ਖੁੱਲਦਾ ਨਾ, ਇੱਥੇ ਹੁਣ ਹਰ ਦੂਜੇ ਇੰਟਰਵਿਊ 'ਚ ਫਰੇਮ ਖੁੱਲੇ ਕਰੇਗਾ। हीरा जी ये आपने कौन सी फिल्म शुरू कर दी है? मेरा इसमें क्या करैक्टर होगा? ਗੁੜੀਆ ਛੱਡ ਦੇ ਇਸ ਗੱਲ ਨੂੰ। ਮੈਂ ਹਲੇ ਸਟੋਰੀ 'ਚ ਵਾਜ਼ੇ ਤੇ ਕੀਤਾ ਹੀ ਨਹੀਂ ਕਿ ਬਾਂਦਰੇ ਕੇ ਬਾਂਦਰੀ ਏ, ਸਾਪੇ ਕੇ ਸਪਣੀ ਏ, ਨਿਆਵਲਾ ਕੇ ਨਿਆਵਲੀ ਏ। ਤੇ ਅਸਲ ਕਰੈਕਟਰ ਲਾਓ, ਮੈਂ ਬੱਕਰੀ ਪਾਣੀ ਏ ਵਿੱਚ। ਤੁਹਾਡਾ ਬੱਕਰੀ ਦਾ ਰੋਲ ਏ। ਬਸ ਹੁਣ ਤੁਸੀਂ ਪ੍ਰੈਕਟਿਸ ਸ਼ੁਰੂ ਕਰ ਦਿਓ ਡਾਇਲੌਗ ਬੋਲਣ ਦੀ। तो हीरा जी, फिल्म में बकरी का गाना क्या होगा? ਉਹ ਕਾਕਾ ਛੱਡ ਦੇ ਤੂੰ, ਸਾਰਾ ਕੁਝ ਮੇਰੇ ਜ਼ੇਨ ਵਿੱਚ ਏ, ਸਾਰਾ ਕੁਝ ਮੇਰੇ ਜ਼ੇਨ ਵਿੱਚ ਏ। ਮੈਨੂੰ ਕੁੜੀ ਨੂੰ ਉਹਦਾ ਰੋਲ ਦੱਸਣ ਦੇ ਬਸ। ਬੱਕਰੀ ਦਾ ਰੋਲ ਹੈ ਬੇਟਾ। ਨਾਲੇ ਇਸ ਫਿਲਮ ਦੀ ਤੁਹਾਨੂੰ ਪੇਮੈਂਟ ਨਹੀਂ ਮਿਲਣੀ, ਪੱਠੇ ਮਿਲਣੇ ਨੇ, ਵੰਡਾ ਮਿਲਣਾ। ਐਵੇਂ ਦਿਲ ਨਾ ਚੜਾ ਮੇਰੀ ਗੁੜੀਆ ਦਾ, ਛੱਡ ਦੇ ਇਸ ਗੱਲ ਨੂੰ। ਕੀ ਕਰਨ ਦੇ? जिस शक्ल में पेमेंट मिलनी है वो प्रोड्यूसर के पास अपने लिए वाफर मिकदार में मौजूद है। ਹੀਰਾ ਜੀ, ਉਹਨਾਂ ਵੱਲੋਂ ਕੀ ਫਿਲਮ ਵੇਖ ਕੇ ਕਹਿਣ ਆ ਬੱਕਰੀ। ਜੀਤਾ ਜੀ, ਤੁਸੀਂ ਨਹੀਂ ਸਮਝਦੇ ਇਸ ਵੇਲੇ ਦੁਨੀਆ ਕਿੱਧਰ ਜਾ ਰਹੀ ਹੈ। ਇਹ ਦੇਖੋ ਤਾਂ ਸਹੀ, ਤੁਸੀਂ ਲਾਇਨ ਕਿੰਗ ਦੇਖੀ ਜੇ? ਜੀ ਪੂਰੀ ਦੁਨੀਆ 'ਚ ਰੌਲੇ, ਖੱਪ, ਸ਼ੋਰ, ਸ਼ਬਸ਼ਬਾ। ਪੁੱਤਰ ਇੰਗਲੈਂਡ ਦੀਆਂ ਬੱਸਾਂ ਤੇ ਉੱਤੇ ਲਾਇਨ ਕਿੰਗ ਬਣੇ ਆ। ਕੀ ਕਰਦੇ ਹੋ ਸਾਰੀ ਦੁਨੀਆ ਦੀ ਫਿਲਮਾਂ ਵੇਖੀ ਹੀਰਾ ਜੀ, ਸਿਰਫ ਆਪਣੀ ਨਹੀਂ ਵੇਖੀ, ਬਣੀ ਨਹੀਂ। ਪੁੱਤਰ ਜਦੋਂ ਇਹ ਫਿਲਮ ਬਾਹਰ ਆਉਣੀ ਹੈ ਨਾ ਮੇਰੀ ਮਦਾਰੀ, ਤੇ ਤੁਹਾਨੂੰ ਇਸ ਗੱਲ ਦਾ ਪਤਾ ਹੀ ਨਹੀਂ। ਇੰਗਲੈਂਡ ਦੀਆਂ ਬੱਸਾਂ ਤੇ ਉੱਤੋਂ ਜਦੋਂ ਬਾਂਦਰੀ ਤੇ ਨਿਆਲੇ ਤੇ ਬੱਕਰੀ ਦੀ ਫੋਟੋ ਬਣਨੀ ਹੈ, ਨਾਲ ਉਹਦੇ ਜਦੋਂ ਸੱਪ ਖਲੋਤਾ ਹੋਏਗਾ, ਤੇ ਦੇਖ ਤੇ ਸਹੀ ਕੀ ਰੌਲੇ ਪੈਣੇ ਨੇ। हीरा जी, बड़े मुश्किल कैरेक्टर्स ले बैठे हैं, फिल्म तो बहुत मुश्किल हो जाएगी फिर। ਉਹ ਮੇਰੇ ਜੁਨੈਦ ਜੀ, ਮੈਂ ਸਦਕੇ ਜਾਵਾਂ। ਹੀਰੇ ਸੁਪਰ ਹਿੱਟ ਦੀ ਆਦਤ ਹੈ ਮੁਸ਼ਕਲ ਨੂੰ ਹੱਥ ਪਾਣਾ। ਇਸੇ ਗੱਲੋਂ ਹੀ ਤੇ ਅੱਜ ਤੱਕ ਹੀਰੇ ਸੁਪਰ ਹਿੱਟ ਦੀ ਫਿਲਮ ਨਹੀਂ ਬਣੀ। लेकिन मुझे समझ नहीं आ रही, एक्टर कहाँ से लेंगे आप? अब बंदर का रोल कौन करेगा? ਬੋਲ ਚੀਤੇ ਬੋਲ, ਚੀਤੇ ਪੁੱਤਰ ਬੋਲ। ਜੁਨੈਦ ਸਾਹਿਬ ਸਾਰਾ ਦਿਨ ਵਿਚਾਰਾ ਬਨੇਰੇ ਤੇ ਚੜ ਕੇ, ਦਰਖਤਾਂ ਤੇ ਚੜ ਕੇ ਬੈਠਾ ਰਹਿੰਦਾ ਜੀ। न्यूला मैं कर रहा हूँ ना। ਬਹੁਤ ਜੇ ਨਿਆਲਾ ਪੱਠੇ ਖਾਂਦਾ ਏ। ਐਡਾ ਮੋਟਾ ਨਿਆਲਾ ਮੈਂ ਕਦ ਲਈ ਪਾ ਲਵਾਂ? ਮੇਰੀ ਮੱਤ ਵੱਜੀ ਇਹ ਪੁੱਤਰ। ਮੈਂ ਮੁਸ਼ਕਲ ਨੂੰ ਹੱਥ ਜ਼ਰੂਰ ਪਾਉਂਦਾ ਵਾਂ, ਬੇਵਕੂਫੀ ਨੂੰ ਹੱਥ ਨਹੀਂ ਪਾਉਂਦਾ। ਲੋ ਜੁਨੈਦ ਜੀ, ਤੁਹਾਨੂੰ ਇੱਕ ਗੱਲ ਦੱਸ ਛੱਡਾਂ। ਇਹ ਜਿੱਦਣ ਫਿਲਮ ਲੱਗਣੀ ਜੇ ਨਾ,
ਇਹ ਮੈਂ ਤੁਹਾਨੂੰ ਦੱਸ ਛੱਡਾਂ, ਇੰਗਲੈਂਡ ਦੀਆਂ ਬੱਸਾਂ ਖਾਲੀ ਹੋ ਜਾਣੀਆਂ ਜੇ ਜਦੋਂ ਉਹਦੇ ਉੱਤੇ ਦਰਵਾਜ਼ੇ ਦੇ ਨਾਲ ਬਾਂਦਰ ਨਿਓਲਾ ਸੱਪ ਬੱਕਰੀ ਬਣਿਆ ਹੋਇਆ ਨਾ, ਕਿਸੇ ਡਰ ਦੀਆਂ ਬੱਸ ਤੇ ਨਹੀਂ ਚੜਨਾ। फिर आपको क्या फायदा होगा इससे? ਉਹ ਜੀ ਮੈਨੂੰ ਮੇਰੇ ਪ੍ਰੋਡਿਊਸਰ ਨੇ ਕਿਹਾ ਹੈ ਕਿ ਫਿਲਮ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਬੱਸਾਂ ਖਾਲੀ ਹੋ ਜਾਣ। अच्छा हीरा साहब, मैं जो आपका कॉन्सेप्ट है वो थोड़ा थोड़ा समझ रहा हूँ। मुझे ये बताएं कि आपने ये जो मूवी का पूरा आइडिया लिया है, ये किसी इंग्लिश मूवी से इंस्पायर होकर लिया है? ना मेरी जान ना, पाकिस्तान दे हालात तो मुतासर होके फिल्म बना रहे हैं और इहदे हर किरदार ने वाइंड अप के उत्ते फिल्म ते एक मैसेज छड़ना है। अगर पाकिस्तानी आइडिया है तो फिर कोई आवारा कुत्ता डाले, जख्मी बिल्ली डाले, चूहे डाले। जुनैद साहब, आवारा कुत्ता मेरे करैक्टर च फिट नहीं जे हुंदा। मैनू कुत्ते दी पूछल बाहर चाहिदी है, दुमदार। आवारा कुत्ते दी पूछल लत्तां च बड़ी रहिंदी है। क्या बारीकी मैं ढूंढी। फिल्म कड्डां या कुत्ते दी पूछल लत्तां चों कड्डां, ये मैनू दसो। कुत्ते की दुम तो सुना है कि 100 साल तक सीधी नहीं होती। अब 100 साल तक आपकी फिल्म नहीं बननी। कोई ना जी, मैं इस गल्लों छड़ दिता आइडिया। मैं वलैती कुत्ता इहदे च रखांगा, करैक्टर है कुत्ते दा भी, मगर वलैती कुत्ते दे। इन्हां जानवरां दे जरिए जुनैद साहब मैं अपनी आवाम नूं, अपने व्यूअर्स नूं मैसेज छड्डना चाहना। जुनैद जी इधर देखो, बांदर ने सारियां फिल्मां च शरारतां करनियां ने, मगर अखीर ते उन्हें मैसेज देना है कि ओए शरारतां करनियां छड्ड दिओ, एक दूजे नूं छेड़ना छड्ड दिओ। सप ने जुनैद जी वाइंड अप ते कहना कि अज तो बाद मैं डंग मारना छड्डिया। हुण देखो ना मेरी जान, सप जिहदे कोलों हर इंसान डरदा है, ਉਹਨੇ ਜਦ ਡੰਗ ਮਾਰਨੇ ਛੱਡ ਦੇਣਾ ਤੇ ਉਹ ਤੇ ਫਿਰ ਨੇਫੇ ਚ ਪਾਣ ਜੋਗਾ ਹੀ ਰਹਿ ਗਿਆ ਨਾ। फिर तो वो अपने जहर की दवाइयां बनवा ले, पैसे 4 कमाए। ਹਾਂਜੀ ਹਾਂਜੀ, ਇਹੀ ਕਰਾਵਾਂਗੇ ਉਹਦੇ ਕੋਲੋਂ। ਅਗਲੇ ਬਿਜ਼ਨਸ ਦੇ ਆਈਡੀਆ ਤੇ ਤੁਹਾਡੇ ਵਰਗੇ ਪੜ੍ਹੇ ਲਿਖੇ ਲੋਕ ਹੀ ਦੇਣਗੇ ਨਾ ਜੀ। क्या आप इधर उधर की आंख रहे खाम का? अब न्योले से आप क्या मैसेज दिलाएंगे बताएं? जुनैद जी निक्कियां ਹੁੰਦੀਆਂ ਤੋਂ ਸੁਣਦੇ ਆ ਰਹੇ ਆ ਸੱਪ ਤੇ ਨਿਓਲੇ ਦੀ ਲੜਾਈ। ਜਦੋਂ ਮੇਰੀ ਫਿਲਮ ਦੀਆਂ ਸਿਚੁਏਸ਼ਨਾਂ ਮੁੱਕਣੀਆਂ ਔਰ ਅਖੀਰ ਦੇ ਉੱਤੇ ਸੱਪ ਤੇ ਨਿਓਲੇ ਨੇ ਇੱਕ ਦੂਜੇ ਦਾ ਹੱਥ ਫੜ ਕੇ ਦੌੜਦੀਆਂ ਜਾਣਾ ਕੈਮਰੇ ਦੇ ਆਪੋਜ਼ਿਟ, ਤੇ ਉਹਨਾਂ ਦੇ ਉੱਤੇ ਜਦੋਂ ਗਾਣਾ ਓਵਰਲੈਪ ਹੋਣਾ, ਹਾਏ 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 ਕੀ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ, क्या बात है। ਉਹ ਛੱਡ ਝਗੜੇ ਤੇ ਕਰੀਏ ਪਿਆਰ, ਆਏ ਹਾਏ ਦੁਨੀਆ ਦੇਖਤੇ ਸਹੀ। मैं कहती हूँ हाय हाय हीरा जी, ਮੈਂ ਤੇਰੇ ਸਦਕੇ ਜਾਵਾਂ, ਫੋਨ ਕਰਕੇ ਪੁੱਛੋ ਬੋਰੀਆਂ ਇਕੱਠੀਆਂ ਹੋਈਆਂ ਕਿ ਨਹੀਂ। नहीं हीरा साहब, मुझे आपका कुछ कुछ कॉन्सेप्ट समझ आ रहा है, लेकिन ਸੁਨਾਮ ਸਾਰੀ आने नहीं ਤੂੰ है। ਆਦਾ ਸੇ ਕਿ ਕਿਸੇ ਬੰਦੇ ਵੀ ਨਹੀਂ ਸਮਝਣਾ, ਇੱਕ ਤੇ ਲੱਭ ਗਈ। नहीं नहीं, दम है, आइडिया में दम है। और ये सुना। बताएं, बकरी का क्या रोल होगा? जुनैद जी बात ये है कि चाहते क्या हैं हम, शेर और बकरी एक ही घाट से पानी पिए। मैं सदके जावा, यही तो सब तो बड़ी नसीहत है इस मुल्क वास्ते। शेर और बकरी एक ही घाट से पानी पिए। अच्छा, ਇੱਥੇ ਜੁਨੈਦ ਸਾਹਿਬ ਜਿਹੜੀ ਅਮੀਰੀ ਤੇ ਗਰੀਬੀ ਦਾ ਅਜ਼ਾਬ ਬਣੇ ਹੈ ਉਹਨੂੰ ਖਤਮ ਨਹੀਂ ਜੇ ਕਰਨਾ। ਨਾਲੇ ਮੈਂ ਅਨਸਾਰੀ ਕਿੱਥੇ ਪਾਣਾ ਹੈ, ਉਹਨੂੰ ਵੀ ਐਕਟਿੰਗ ਦਾ ਸ਼ੌਕ ਹੈ। ਆਖਰੀ ਸ਼ਾਟ ਇਹਦਾ ਹੀ ਜੇ ਨਾ, ਸ਼ੇਰ ਔਰ ਬੱਕਰੀ ਇਕੱਠੇ ਘਾਟ ਸੇ ਪਾਣੀ ਪੀ ਰਹੇ ਹੈ। ਇਹ ਅਸਾਂ ਲੋਕਾਂ ਨੂੰ ਨਹੀਂ ਦੱਸਣਾ, ਸ਼ੇਰ ਤਾਂ ਨਹੀਂ ਬੱਕਰੀ ਨੂੰ ਕੁਝ ਕਹਿੰਦਾ, ਉਹਦੇ ਦੰਦ ਨਿਕਲ ਗਏ ਨੇ, ਇਹ ਨਹੀਂ ਅਸੀਂ ਦੱਸਣਾ जुनैद जी। लेकिन हीरा साहब बड़ा रिस्की किस्म का सीन है ये आपको 2-3 सेकंड के अंदर अंदर मुकम्मल करना होगा। क्यों जी? अदरवाइज अगर शेर को भूख लग गई तो इसने एक ने 3 बकरियां खा जानी। जुनैद जी फिर अपनी प्रोडक्शन रोड नहीं सू सानू की, पैसे ते ਇਹਦੇ ਹੀ ਲੱਗੇ ਨਾ, ਇਹ ਤੇ ਫਿਰ ਇਹਨੂੰ ਪੱਥਰ ਬੰਨਣਾ ਪੈਣਾ ਢਿੱਡ ਤੇ। ਓਏ ਹੋਏ ਹੋਏ ਹੀਰਾ ਜੀ, ਫਿਰ ਇਹਦੀ ਸਾਰੀ ਸ਼ੂਟਿੰਗ ਤੇ ਜੰਗਲ 'ਚ ਹੀ ਹੋਏਗੀ। ਉਹ ਨਹੀਂ ਪੁੱਤਰ, ਬਹਾਨਾ ਸੀ ਆਪਣਾ ਮਾਹੌਲ ਏ, ਆਪਣੇ ਮੁਆਸ਼ਰੇ ਦੀਆਂ ਪ੍ਰੋਬਲਮਸ ਵਹਾਣੀਆਂ ਨੇ, ਤੇ ਜੰਗਲ 'ਚ ਕਿੱਥੇ ਲੈ ਜਾਈਏ ਸ਼ੂਟਿੰਗ ਨੂੰ? ਨਾਲੇ ਜੰਗਲ 'ਚ ਸਿਕਿਉਰਿਟੀ ਕਿੰਨੇ ਦੇਣੀ ਹੂੰ? ਅੱਛਾ ਜੀ। ਇਧਰੋਂ ਮੈਂ ਸ਼ਾਟ ਲੈਣ ਡਿਆ ਵਾਂ, ਪਤਾ ਲੱਗੇ ਡਾਇਰੈਕਟਰ ਨੂੰ ਲੱਤ ਤੇ ਸੱਚੀ ਮੁੱਚੀ ਸੱਪ ਲੜ ਗਈ। ਕੱਲ ਸ਼ੂਟਿੰਗ ਨਹੀਂ ਹੋ ਸਕਦੀ ਜੀ। ਉਹ ਕਿਉਂ ਜੀ? ਜਨਾਬ ਸ਼ੇਰ ਅੱਧਾ ਕੈਮਰਾਮੈਨ ਖਾ ਗਿਆ। ਉਹ ਬੇਟਾ ਉਹ ਲਾਈਟ ਕਿਉਂ ਬੁੱਝ ਗਈ ਏ? ਹੀਰਾ ਜੀ ਉਹਦੇ ਤੇ ਹਾਥੀ ਨੇ ਪੈਰ ਰੱਖ ਛੱਡੇ। ਜੰਗਲ 'ਚ ਪੁੱਤਰ ਕਿਹੜੀ ਸ਼ੂਟਿੰਗ ਰੱਖਣੀ? ਉਹ ਰੱਬ ਦਾ ਨਾਂ ਹੀ ਕੁਝ ਸੋਚ ਤੇ ਸਹੀ, ਪਤਾ ਲੱਗੇ ਜੀ 2 ਮਹੀਨੇ ਵਾਸਤੇ ਸ਼ੂਟਿੰਗ ਬੰਦ ਏ। ਕਿਉਂ ਜੀ? ਮੇਨ ਹੀਰੋ ਬਾਂਦਰ ਕਿਸੇ ਬਾਂਦਰੀ ਨਾਲ ਦੌੜ ਗਏ ਆ।
ਤੇ ਫਿਰ ਕਿੱਥੇ ਕਰਾਂਗੇ ਸ਼ੂਟਿੰਗ ਹੈਗਾ ਜੀ ਡਿਫੈਂਸ ਗੁਲਬਰਗ ਵਾਲਿਆਂ ਨੇ ਸਾਨੂੰ ਵੜਨ ਦੇਣਾ ਪੁੱਤਰ ਮੇਰੀ ਫਿਲਮ ਦੇ ਕਿਰਦਾਰ ਡਿਫੈਂਸ ਗੁਲਬਰਗ ਵਾਲੇ ਹੈ ਹੀ ਨਹੀਂ ਇਹ ਅੰਦਰੂਨ ਸ਼ਹਿਰ ਦੇ ਕਿਰਦਾਰ ਨਹੀਂ ਕਦੀ ਵੇਖੀ ਇਸ ਪਾਸੇ ਬਾਂਦਰ ਨੂੰ ਫਿਰਦੇ ਆ ਮਦਾਰੀ ਨੇ ਜਦੋਂ ਬਾਂਦਰ ਸ਼ਹਿਰ ਲਿਆਂਦਾ ਹੈ ਉਹ ਅੰਦਰੂਨ ਸ਼ਹਿਰ ਹੀ ਲੈ ਕੇ ਗਿਆ ਹੈ नहीं वैसे जंगल ही ठीक है ना बिजली होगी ना लोड शेडिंग का डर होगा तो लाइटों का और क्या करेंगे कैसे चलाएंगे वहाँ? ਨਹੀਂ ਜੁਨੈਦ ਸਾਹਿਬ ਲਾਈਟ ਤੇ ਅੱਲਾ ਦੀ ਰਹਿਮਤ ਨਾਲ ਅਸੀਂ ट्रक ਤੇ ਲੱਦ ਕੇ जंगल खड़ सकते हैं मसला ये है कि मेरे किरदार जो हैं वो शहर के हैं वो मुआशरे के किरदार हैं वो इधर ही बुराइयां देख के तो नसीहत करते हैं ना आप इंसानों को नसीहत करना चाहते हैं तो इंसानों के जरिए करें जानवरों के जरिए वो क्यों मेरी जान लाइन किंग ने जे देखी इंसाना दी जुबान उन इंसान ते समझते ही नहीं लाइन किंग च देखो गोरे ने की नसीहत की है ते सदके जावा तुहानू पता है हीरा सुपर हिट फिल्म बना रहा ते हॉलीवुड दे लेवल दी ते होनी चाहिए हाँ, नहीं, उससे ऊपर ही होगा ਹੁਣ ਮੇਰਾ ਲੈਵਲ ਜੁਨੈਦ ਜੀ ਬਾਲੀਵੁੱਡ ਜਾਂ ਸਾਊਥ ਤੇ ਨਹੀਂ ਨਾ ਗੱਲ नहीं समझे वैसे हीरा जी आप इस बात पे शुक्र किया करें कि मैं गल समझता नहीं हूँ अगर मैं गल समझ गया ना आपकी तो मेरे सिक्योरिटी वाले बुला लेते ਸਮਝ ਤੇ ਜੁਨੈਦ ਸਾਹਿਬ ਸਾਨੂੰ ਵੀ ਨਹੀਂ ਆਉਂਦੀ ਬਸ ਸਟੂਡੀਓ ਸਵੇਰ ਨਾਸ਼ਤਾ ਮਿਲ ਜਾਂਦਾ ਹੈ ਸ਼ਾਮ ਨੂੰ ਆਉਣ ਲੱਗਿਆ ਕਨਵੇਸ ਮਿਲ ਜਾਂਦੀ ਹੈ ਇਸੇ ਗੱਲੋਂ ਇਹਨਾਂ ਦੇ ਮਗਰ ਹੈ ਉਹ ਮੇਰਿਆ ਬੱਚਿਆ ਆਰਟਿਸਟ ਨੂੰ ਕੁਰਬਾਨੀਆਂ ਤੇ ਦੇਣੀਆਂ ਪੈਂਦੀਆਂ ਉਹ ਸੁਣਿਆ ਨਹੀਂ ਉਹ ਦਾਨ ਦਈਏ ਜੇ ਲੱਖਾਂ ਜਗਰਾਤਿਆਂ ਦਾ ਤਾਂ ਜਾ ਕੇ ਕਿਧਰੇ ਫਨਕਾਰ ਬਣਦਾ ਲੋ ਜੁਨੈਦ ਸਾਹਿਬ ਜਿਹੜੇ ਜਿਹੜੇ ਫਨਕਾਰ ਨੂੰ ਕੰਮ ਨਹੀਂ ਨਾ ਮਿਲਦਾ ਉਹ ਇਹ ਸ਼ੇਰ ਪੜਦਾ ਰਹਿੰਦਾ ਹੈ लाहौर में हर स्टेज आर्टिस्ट यही शेर सुनता पढ़ता जवान हुआ है ਅਨੀ ਨਹੀਂ ਜਦੋਂ ਕੰਮ ਮਿਲਣ ਲੱਗ ਪਵੇ ਫਿਰ ਸ਼ੇਰ ਭੁੱਲ ਜਾਂਦੇ ਆ। ਓਏ ਰਾਜੀ ਕਿੰਨਾ ਕੁ ਦਾਨ ਦਈਏ ਜਗਰਾਤਿਆਂ ਦਾ ਕਈ ਸਾਲ ਹੋ ਗਏ ਮੈਂ ਸੁੱਤਾ ਹੀ ਨਹੀਂ ਚੱਲ ਪੁੱਤਰ ਕਦ ਨਹੀਂ ਸੌਣਾ ਈ, ਤੈਨੂੰ ਕਿਹੜਾ ਕੋਈ ਚੰਗਾ ਖਾਬ ਆਉਣਾ ਹੈ ਇਹਨੂੰ ਜਦੋਂ ਖਾਬ ਆਉਣਾ ਇਹੋ ਹੀ ਆਉਣਾ ਨਿੱਕੇ ਮੁੰਡੇ ਦਾ ਪੈਰ ਸਾਈਕਲ ਦੀ ਚੈਨ 'ਚ ਫਸ ਗਿਆ ਵੱਡੇ ਮੁੰਡੇ ਨੂੰ ਖੋਤੇ ਨੇ ਦਲੱਤੀ ਮਾਰੀ ਉਹਦੇ ਅਗਲੇ 2 ਦੰਦ ਟੁੱਟ ਗਏ ਨੇ ਖਾਲਾ ਦੀ ਛੱਤ ਦਾ ਬਾਲਾ ਡਿੱਗ ਪਿਆ ਖਾਲੂ ਦੇ ਮੱਥੇ 'ਚ ਵੱਜਿਆ ਕੱਲ ਉਹਨਾਂ ਦੇ ਕੁੱਲ ਨੇ ਪੁੱਤਰ ਜਾਗਦੇ ਰਹੋ ਜਾਗੋਗੇ ਤੇ ਇਸ ਮੁਲਕ ਦੀ ਕਿਸਮਤ ਜਾਗੇਗੀ अब अच्छे रहे जाग के ਉਹ ਜੀ ਮੈਂ ਤੇ ਇਹ ਸੋਚ ਰਿਹਾ ਕਿ ਹੀਰਾ ਜੀ ਨੇ ਮੇਰੇ ਵੱਡੇ ਮੁੰਡੇ ਦੇ ਅਗਲੇ 2 ਦੰਦ ਹੀ ਤੋੜਦੇ ਨੇ ਉਹ ਕਲਾੜ ਕੇ ਮਿਲ ਜਾਏਗਾ नाज़रीन यहाँ मुझे लेना एक छोटा सा वक्फा हमारे साथ रहिएगा ये जो है ना स्पैन जो साल जिंदगी के इस मोबाइल ने बर्बाद कर दिए वो स्पैन जो है ना वो बढ़ता जा रहा है अच्छा भाईजान ये मोबाइल के हवाले से हम अक्सर व बेशतर गुफ्तगू करते हैं और बच्चों में मोबाइल का बढ़ते हुए इस्तेमाल को भी हम अक्सर मौजूद बहस बनाते हैं और मैं ये समझता हूँ जी कि इस पे जितनी भी बात की जाए ना उतनी कम है इस पर बार बार बात करनी चाहिए और इस पर थोड़ा सा ना हमें अपने रवैयों में सख्ती भी लानी चाहिए एक तो अपने रवैयों में सख्ती लानी चाहिए और दूसरा अपने आप पे भी कंट्रोल करना चाहिए पिछले दिनों एक एनजीओ ने काम किया है जो एक अंग्रेजी हफ्तरोज़े ने शाया की है वो रिपोर्ट जो है इससे ये पता चलता है कि 72% जो हमारे पाकिस्तान में जो पेरेंट्स हैं वो इस मसले को कोई बड़ा मसला नहीं समझते तो जब उनके बच्चे जो हैं वो इस नशे के आदी हो चुके हैं इसलिए वो इसको मसला ही नहीं समझते तो उन्होंने इस मामले की दुरुस्ती करने की जरूरत ही महसूस नहीं की चूंकि वो खुद इस इल्लत में बेपनाह बीमार हो चुके हैं अच्छा अब प्रॉब्लम ये है कि ये बच्चों से शुरू होके बहुत अफसोस से कहना पड़ता है जो इसी मोबाइल जनरेशन वाले बच्चे जो थे वो आज बड़ी जनरेशन हो गई है वो आज अबू बन रहे हैं आज अमियाँ बन रही हैं वो बच्चे जो हैं जो कल इसी मोबाइल के साथ ही हमारी नज़रों के सामने खेल रहे थे जिनको हम रोता देख के मोबाइल पकड़ा देते थे आज वो बच्चियां जो हैं वो बच्चे बड़े हो गए 3 दहाइयां गुजर चुकी हैं बल्कि इससे भी ज्यादा मोबाइल कल्चर को कम से कम चलो 20 साल तो 25 साल तो आप ले लो ना कि हम मोबाइल कल्चर के बाकायदा गड़े में गिरे हुए हैं हमें ठीक है अब इससे लाख आप इसकी तारीफें करें कि जी ये इससे आसानी भी बहुत आई है इससे इंफॉर्मेशन भी आई है इससे शऊर भी आया है इससे सोशल मीडिया बहुत सारी बातें जो हैं
ان سے ہم اتفاق کرتے ہیں. ایک بات کرنا چاہوں گا, وہ معصوم بچے جو 4-5 سال کے ہیں وہ بھی استعمال کرتے ہیں. ہاں یہی تو ہمارا موضوع ہے. یہ جو عمریں ہیں یہ کہاں سے شروع ہو کے یہ جو بربادی کا سفر ہے یہ کہاں تک جا رہا ہے. یہ جو ہے نا سپین زندگی کا, جو سال زندگی کے اس موبائل نے برباد کر دیے, وہ سپین جو ہے نا وہ بڑھتا جا رہا ہے. ایک طرف سے ایج کم ہوتی جا رہی ہے اور ایک طرف سے ایج یعنی جو دوسرا اینڈ ہے وہ بڑھتا جا رہا ہے. اچھا اب ہو کیا رہا ہے, جس بچے کو آپ 3-4 سال کی عمر میں موبائل تھما دیتے ہیں اس کو آپ کیسے کنٹرول کر پائیں گے کہ تم نے اس موبائل پہ یہ کرنا ہے اور یہ نہیں کرنا. میں اکثر لوگوں کو یہ کہتے ہوئے سنتا ہوں کہ وہ کہتے ہیں کہ جی ہم نے بچوں کو بتا دیا ہے کہ یہ کوئی انٹرٹینمنٹ کا ذریعہ نہیں ہے, آپ نے صرف اس سے کال کرنی ہے. بندہ پوچھے کہ 7 سال کی عمر میں بچے نے کون سی کال کرنی ہے, کیوں کال کرنی ہے؟ بالکل وہ تو کیڑا کو وہ نوکر سگٹ لین گے. ہاں آپ دیکھیں نا, فون کرنا ہے کہ کہاں مر گئے ہو. ہر گھر میں مائیں بڑے فخر سے, باپ بڑے فخر سے اپنے بچے کے بارے میں یہ تعارف کرواتے ہیں کہ اس بچے کو سارے موبائل کے فنکشنز کا پتہ ہے. جب آپ ایک طرف بڑے فخر سے یہ بتا رہے ہیں کہ اس کو موبائل کے سارے فنکشنز کا پتہ ہے, بلکہ اگر مجھے نہیں سمجھ آتی تو میں اس سے پوچھتی ہوں. جب آپ خود اس کے شاگرد ہو گئے ہیں تو پھر آپ نے اس کو روکنا ٹوکنا کیسے ہے؟ اور ایگزیکٹلی بھائی جان ہو بھی ایسے ہی رہا ہے کہ ٹیکنالوجی میں بچے جو ہے نا, جنہوں نے 4 سال کی عمر میں جس نے موبائل استعمال کرنا شروع کر دیا ہے اور وہ کہتے ہیں یہ دیکھیں کتنے چھوٹے چھوٹے ہاتھوں سے دیکھو کیسے ایسے ایسے کر رہے ہیں, سرفنگ کر رہے ہیں. وہ بابا وہ آج سرفنگ کر رہا ہے, آپ اس کو جو مرضی کر لیں, آپ اس کے کانٹینٹ پہ کنٹرول نہیں کر سکتے. یہ ذہن میں رکھیں, یہ سب سے بڑی بے وقوفی ہے. کیا خوبصورت فکرہ آپ نے پا جنید بولا ہے ایمان سے, کہ والدین کو اللہ تعالیٰ نے جو لائف سٹائل ہے اس میں استاد بنایا ہے اولاد کا, اور یہ اولاد جو ہے یہ اس کی وجہ سے ہماری استاد بن گئی. ایگزیکٹلی دیکھنا آپ, وہ یہ موبائل ہی ہے نا ان کو ایڈوانٹیج کہ وہ ٹیکنالوجی میں ہم سے آگے نکل گئے, اور وہ ٹیکنالوجی ہم نے اپنی 100 ضرورتیں قربان کر کے تمہیں لے کے دی ہوئی ہیں. اس لیے لے کے دی ہوئی ہیں تو ہم نے تمہیں کہ تم اس پہ واحد چیزیں دیکھو, اور پھر نہیں تو وہ تو دیکھے گا نا, وہ تو جب آپ لے کے دیں گے تو وہ آپ دیکھے گا. کنٹرول ہی نہیں کر سکتے. میرا اختلاف اس بات سے کہ بہت سارے لوگوں کو میں نے یہ کہتے ہوئے سنا ہے, دیکھا ہے, جب وہ لیکچر دے رہے ہوتے ہیں کہ آپ چھوٹے بچوں کو موبائل دے دیں, اس میں کوئی حرج نہیں ہے, لیکن کانٹینٹ کو کنٹرول کریں, اس کو بتائیں کہ یہ انٹرٹینمنٹ کا ذریعہ نہیں ہے, یہ صرف کال کرنے کے لیے. 6 سال کے بچے کو دے دیں, اور 6 سال کے بچے کو, میرا پھر وہی سوال ہے کیوں دے دیں بابا؟ بات یہ ہے کہ جو مرضی کر لیں یار, آپ موبائل کے کانٹینٹ کو کنٹرول نہیں کر سکتے. آپ اس کے سر پہ بیٹھے ہوئے کہ وہ کیا دیکھ رہا ہے نہیں دیکھ رہا. جو بچہ آپ کو موبائل چلانا سکھا رہا ہے وہ آپ کا لاک کیا وہ کانٹینٹ کھول نہیں سکتا, یا اس کو پتہ نہیں ہے کیڑی چیز کدھر پڑی ہوئی ہے, وہ تو تانوں دسن دے ہے. آپ کو اگر کوئی پرابلم ہے تو آپ اس سے پوچھتے ہیں کہ یہ کیا کرنا ہے اس کا. اچھا اس کے پاس بھی کوئی سولوشن نہیں ہے, اس کے پاس بھی پوری قوم کی طرح ایک ہی سولوشن ہے, اما ریسٹارٹ کر لو ٹھیک ہو جائے گا. یار پا جنید یہ میرا ہے کٹوا دینا یار, یہ برا لگا ہے, اس میں دانشور نہیں لگتا. جنید سر جو بچہ 1.5 سال میں بولتا تھا اس موبائل کی وجہ سے اب 4-4.5 سال کے بعد بولتا ہے. ہاں اس کے مختلف امپیکٹ ہیں یار, ہم اس کا کئی اس کے جو مضمرات ہیں اس کا ذکر کر چکے ہیں. نہیں یہ ٹھیک کہہ رہے, پتہ کیا ہے, بچہ جب موبائل نہیں ہوتا تھا تو ایک دوسرے کے ساتھ گھر میں کمیونیکیٹ کرتا تھا نا, اب وہ اپنی دنیا میں مقید ہو گیا, بند ہو گیا ہے, اپنے اندر قید کر لیا. اس کے بولنے کی صلاحیت کم ہو گئی ہے, اس کے سوچنے سمجھنے کی صلاحیت کم ہو گئی ہے. وہ جو ٹائم سپین ہے وہ بڑا ہوتا جا رہا ہے, 4 سال کی عمر سے لے کے کہنا نہیں چاہیے لیکن قبر کنارے تک وہ, لیکن ہو ایسا ہی گیا. اس میں ایک اور فیز بڑا خطرناک داخل ہو گیا, اور وہ ہے میاں بیوی کے تعلقات. میاں بیوی کے تعلقات کو اس موبائل نے جس بے رحمانہ انداز میں رگڑا دیا ہے نا, اس کا ذکر کرنا جو ہے نا وہ بہت مشکل ہے. اس کی جو سنگینی ہے اس کی پیمائش کرنا, اس کو ناپنا بہت مشکل ہے. اکثر آپ دیکھتے ہیں کہ بیویوں کو شکایت ہوتی ہے کہ ساری رات یہ موبائل پہ لگے رہتے ہیں اور مجھے کہتے ہیں آفس کا کام کر رہا ہوں. ٹھیک ہے, میں کھل کے بات کر رہا ہوں. دوسری طرف بعض دفعہ شوہروں کو یہ شکایت ہوتی ہے کہ پتہ نہیں کس کے ساتھ لگی ہوئی. اچھا وہ کسی کے ساتھ کوئی نہ بھی لگا ہو, نہ شوہر کسی کے ساتھ لگا ہو, نہ بیوی کسی کے ساتھ موبائل پہ کچھ کر رہی, لیکن
آپ کے ذہن کے جو خدشات ہیں وہ بیج ہیں, وہ شک کے بیج ہیں, جو خود ہی انسان اس کو پانی دیتا ہے, خود ہی اس کو کھاد ڈالتا ہے اس شک کے بیج کو, اور اس سے تناور درخت نکلتا ہے جو آپ کے رشتے کو برباد کر کے رکھتا ہے. بھائی جی شک چھڈو, سچی مچی بھی یہ بہت کام خراب کر رہا ہے میاں بیوی کے تعلقات میں. آپ دیکھیں نا کہ جو لڑکیاں ہیں, بچیاں, ہماری بھی بیٹیاں ہیں, پہلے ہوتا تھا کہ چھوٹی موٹی چیزیں جو ہیں, چھوٹی موٹی باتیں سسرال کی, وہ ڈائجسٹ کر کے تو اسے ایڈجسٹ کرتی تھی. اب چھوٹی سی بات ہو فوراً پرا نکر چ جا کے بوئے دے پیچھے کھلو کے تے ماں نو دس دی, ماما مجھے یہ بھی کہہ دیا اس کے چھوٹے بھائی نے. اب لڑکے ماما بیچاری جو تو وکھری ہے, میں اپنی موٹی سری اینک لا کے تے پہنچ جاندی ہے. کیا کہا میری بٹیا کو. اور نہیں, یہ ہم اس کا پہلے بھی کئی بار ذکر کر چکے ہیں کہ اگر کسی لڑکی کے بچی کے گھر والوں کے بات پسند نہیں ہے کہ یہ بہت زیادہ جو ہے تعلق رکھے, تو اس پہ انسان کو تھوڑا سا فلیکسیبل ہو جانا چاہیے. اور بتانا بھی کیا ہوتا ہے بچی نے اپنی ماں کو کہ جی آج آلو ٹینڈے پکے تھے تو اور گوشت بھی تھا تھوڑا سا, تو ان کے ابو نے 2 بوٹیاں ڈالی اور مجھے 1 بوٹی دی. اس بات پہ جو ہے وہ ہم ہے 1 بوٹی, ہائے میری لاڈلی نے صرف 1 بوٹی کھائی ہے. دیکھو بوٹیوں سے لڑائی ہو رہی ہے. سر میں سن رہا ہوں. نہیں, بات یہ ہے گفتگو کا مقصد بھی صرف اتنا ہے کہ ہمیں جب ان کی اس سے جو نکلنے والی ریز ہیں, شعائیں ہیں, جب ہم ان کو کنٹرول ہی نہیں کر سکتے تو پھر اس کے استعمال کو ہی کم کرنا مسئلے کا واحد حل ہے. یہ کہنا کہ جناب آپ دے تو دے بچوں کو, اس کا استعمال تو کر لیں, لیکن اس کا اچھا بھی ہے برا بھی ہے استعمال, ٹھیک ہے. میں بار بار کہتا ہوں بے شمار فائدے ہیں اس کے, بے شمار فائدے ہیں. ٹیکنالوجی, انفارمیشن, انٹرٹینمنٹ سب کچھ ہے, لیکن ایک لمیٹڈ آرز, لمیٹڈ وقت کے لیے ہونا چاہیے. جب آپ اس کو نشہ بنا لیتے ہیں, اس کے نشے کے عادی ہو جاتے ہیں, تو پھر اس کے جو مضمرات ہیں, اس کے جو نقصانات ہیں, اس کی جو تباہی ہے, بربادی ہے, اس سے آپ اپنے دامن کو نہیں بچا پائیں گے, نہیں بچا پائیں. دیکھو نا کہ ہم اصل میں نا شارٹ کٹ ہم ہر چیز میں لے آئے ہوئے ہیں. بچوں کو جو سکول میں یا کالجز میں لے کے جاتے ہیں, جی چلو اب کالج گوئنگ ہے, اب جانے دیں. یار کیا اس کا کام ہے کالج میں موبائل کا, بتائیں تو صحیح. صرف یہ کہ رابطہ کر سکتا ہے, رابطہ پہلے نہیں تھا ہوتا. پہلے کیا کالج میں فون نہیں تھے ہوتے. پہلے کیا آپ خدا نخواستہ کسی ایمرجنسی میں کیا رابطہ بچے سے کر نہیں تھے لیتے. بالکل کرتے تھے. یہ ساری لایانی سی باتیں ہیں, اور سارا معاشرے کا بیڑا غرق انہی باتوں نے کیا ہوا ہے کہ ہم شارٹ کٹ. وہ بچہ نہیں, بچی بھی غریب سمجھتی ہے اپنے آپ کو جس کے پاس موبائل نہیں ہوتا. اور بھائی جان یہ اصل بہت بڑا یہ ہماری سوسائٹی میں مسئلہ بنتا جا رہا ہے کہ ہماری جو سٹیٹس سمبل ہے وہ موبائل کی قیمت ہے. سیدھی بات ہے کہ ہیں, اور یقین کریں کہنا نہیں چاہیے, لیکن اصولی طور پہ آپ کو عملی طور پہ یہ نظر آتا ہے اپنے معاشرے میں کہ کھانے کو پیسے نہیں ہیں آپ کے پاس, اور موبائل قیمتی سے قیمتی پکڑا ہوا ہے. یعنی آپ کے بچیوں کی زندگی کا سب سے بڑا خواب جو ہے وہ لیٹسٹ موبائل کا ماڈل خریدنا ہے. جی یعنی موبائل سے 1.5-2 لاکھ کے موبائل سے فون کر کے دھار مانگ رہے ہوتے. یا مجھے لے رہا ہے ایک چھوٹا سا وقفہ, ہمارے ساتھ رہیے گا. خرگوش سب سے زیادہ ریزمبل کرتا ہے گھوڑے سے. گھوڑے اور خرگوش کی عادتیں اور باڈی کی بہت ساری چیزیں جو ہیں وہ ایک دوسرے سے ریزمبلنس رکھتی ہیں. اچھا پیارے بچوں, آج کی کلاس میں ہم آپ کون بیٹے؟ آپ سر میں آج داخل ہوا ہوں سر. یہ آج ہی سر داخل ہوا ہے, اس کے گردے میں درد ہے. یہ ہاسپٹل وارڈ ہے کیا مطلب آپ؟ نہیں سر اسکول میں داخل ہوا ہے سر, یہ صفائی بیس پہ داخل ہوا ہے سر. صفائی کے جو نمبر ملتے ہیں, جی سر, جسے خوش خطی کہتے ہیں. ہاں یہ بیٹا آپ مجھ سے مل تو لیتے, بتا کے آتے, پوچھ کے آتے. سر میں نے آن لائن فیس جمع کروا دی تھی. جی سر, یہ آن لائن مانگتا بھی ہے. جی سر میری تیاری نہ آنا ہو تو میں آن لائن نوٹس مانگ لیتا ہوں. جی کبھی 50 کے, کبھی 100 کے, ہے نا. نہیں سر, لکھنے والے نوٹس. بیٹا کھڑے ہو کے پراپر انداز میں اپنا تعارف کروائیں. چلے ہاں, نام کیا ہے آپ کا؟ میرا نام سعید احمد ظفر ہے سر. اچھا سعید احمد ظفر. تو کہاں سے آپ آئے ہو؟ لاہور کے تو نہیں لگ رہے. سر میں جاتی عمرہ رہتا ہوں. اچھا, ہاں میاں صاحب کا ہمسایہ ہوں. اچھا زبردست. اللہ معاف کرے, دیکھیں میاں صاحب لندن گئے ہیں تو پیچھے کیا ہو رہا ہے.
اچھا بیٹا یہ بتائیں کہ آپ نے حصول تعلیم کے لیے ہمارے اسکول کا انتخاب کیوں کیا ہے؟ سر آپ کا نام بہت سنا ہے, آپ کی وجہ سے داخل ہوا ہوں. بیٹا میں تو یہ لافٹر لیتا ہوں. ذرا بھی لافٹر لے نہیں آیا ہے, وہ کہڑا اکنامکس کے ماسٹرز کرنا ہے. اچھا بیٹھو, بیٹھ جائے اللہ کے آسرے بیٹھ جائے. سارے تھے اللہ دے آسرے تھے بیٹھے. جی جی اچھا پیارے بچوں, آج ہم ایک بڑی اللہ پاک کی خوبصورت مخلوق کا ذکر کریں گے اور وہ ہے خرگوش. ٹھیک ہے. اچھا آج سے کچھ عرصہ پہلے جب ہم لوگ جو ہے وہ کچے گھروں میں رہنے کے عادی ہوا کرتے تھے تو اس وقت تو ہر دوسرے گھر میں خرگوش آپ کو یعنی پالتو خرگوش ملا کرتے تھے. اب جب سے ظاہر ہے کہ جہاں خرگوش ہوگا وہ کھدائی کرے گا, وہ کچی جگہ پہ رہنا پسند کرتا ہے. لیکن اب جو ہے وہ ماڈرن فارمنگ شروع ہو گئی ہوئی ہے تو وہ کیجز میں بھی رکھے جاتے ہیں. اور یہ تو آپ کو پتا ہوگا کہ وہ کھدائی کر کے تو وہ اپنے بل بناتا ہے جن کو وہ سرنگوں کی شکل دے کے. لیکن یہ شاید آپ کو نہ پتا ہو کہ وہ سرنگ بھی بناتا ہے باقاعدہ, اندر جا کے سرنگوں کے وہ اپنے کمرے بھی بناتے ہیں. ہاں سرنگ کھود کے نیچے زیر زمین وہ اپنے کمرے بھی چھوٹے چھوٹے بناتے ہیں. سارا لہدا کمرے ان کو بنانے پڑتے ہیں ورنہ اندر لڑائی ہو جائے. اندر لڑائی ہو گئی تو پاس سے کوئی چھڑانے والا بھی نہیں گزرے گا. اچھا خرگوش کے بارے میں اس کی جو کثیر الاولادی ہے وہ تو آپ نے سنی ہوگی نا, بہت بچے دیتے ہیں. بہت اوسطاً ایک خرگوشنی جو ہے وہ 14 بچے ایک وقت میں دیتے ہیں. ٹھیک ہے. اور اس کی جو بچوں کے بچنے کی شرح ہے وہ بھی بہت زیادہ ہوتی ہے. اس وجہ سے خرگوشوں کی آبادی جو ہے وہ بہت زیادہ ہوتی ہے. اور خرگوش کے بارے میں ایک حیران کن بات یہ ہے کہ جس وہ جانور سے سب سے زیادہ مماثلت رکھتا ہے خرگوش, وہ شاید آپ کے وہم و گمان میں بھی نہ ہو. خرگوش سب سے زیادہ ریزمبل کرتا ہے گھوڑے سے. گھوڑے اور خرگوش کی عادتیں اور باڈی کی بہت ساری چیزیں جو ہیں وہ ایک دوسرے سے ریزمبلنس رکھتی ہیں. گھوڑا اور خرگوش اس کے بھی کان ایسے اوپر ہوتے ہیں, بہت ساری باتیں ہوتی ہیں. اچھا یہ آپ ذہن میں رکھیں کہ جو خرگوش ہے اس کی آنکھیں چونکہ سر کے دونوں طرف لگی ہوتی ہیں تو یہ 360 کے زاویے پہ یعنی مکمل چاروں طرف ایک خرگوش دیکھ سکتا ہے. پھر اس کو اللہ تعالیٰ نے ایک اور صلاحیت یہ دی ہوئی ہے کہ اس کے کان بہت لمبے ہوتے ہیں نا, اور وہ اپنے کان جو ہے نا وہ 180 ڈگری پہ گھما سکتا ہے. جب وہ گھما کے چاروں طرف کی خبر لیتا ہے, پتہ نہیں اس نے کون سا ٹی وی چینل کھولا ہوا ہے جو اس نے خبریں دینی ہوتی ہیں آگے. اتنی مماثلت ہونے کے باوجود خرگوش سواریاں نہیں بٹھاتا. یہی ایک فرق ہے اور یہ بہت بڑا فرق ہے. جہاں پر بھی ان دونوں جانوروں کی مماثلت کا ذکر ہوتا ہے یہ ضرور لکھا ہوتا ہے کہ دونوں میں بنیادی فرق یہی ہے کہ آپ خرگوش پہ سواری نہیں کر سکتے. اچھا پھر آپ نے ایک بہت مشہور کیریکٹر دیکھا ہوگا باگز بنی. ٹھیک ہے. اس میں آپ دیکھتے ہیں کہ خرگوش گاجر بڑے شوق سے کھاتا ہے. حالانکہ خرگوش جو ہے وہ گاجر بالکل شوق سے نہیں کھاتا اور گاجر کبھی بھی اس کی خوراک نہیں رہی, لیکن کھا لیتا ہے. اور خرگوش کی ایک اور جو بڑی زبردست چیز ہے وہ اس کے دانت ہیں, وہ لمبے دانت ہیں اور وہ مرتے دم تک اس کی جو گروتھ ہے نا, اس کی جو دانت کی لمبائی ہے وہ رکتی نہیں ہے, وہ بڑھتا ہی چلا جاتا ہے. اور اس کو روکنے کے لیے ایک طرح سے یعنی وہ اس کو گھسانے کے لیے ضروری ہوتا ہے کہ خرگوش صحت مند رہے, اور اس کے صحت مند رہنے کی علامت یہ ہے کہ وہ ہمیشہ ہر چیز پہ منہ مارتا ہے اور اس کو چبانے کی کوشش کرتا ہے. وہ گھروں میں آپ نے کبھی رکھا ہو تو بجلی کی تاریں, فرنیچر, ہر سخت چیز جو ہے وہ ہاں وہ اس پہ وہ بائٹ کرتا ہے. سر اس کو آتی ہے خرگوش کی ایکٹنگ آتی ہے. کس کو؟ اس کو یہ دیکھیں یہ باثر فیملی سے ہے. سر ویسے شوق سے وہ کیا کھاتا ہے؟ جو آپ کھاتے ہو لوسن. سبزہ بڑے شوق سے کھاتا ہے, گھاس کھاتا ہے, پٹھے کھا لیتا ہے, سبزہ کھاتا ہے. اچھا پالتو خرگوش کے بارے میں اس کا مالک جو دھوکہ کھاتا ہے وہ اس کے چہرے کے جو تاثرات ہیں ان سے کھاتا ہے. عام طور پہ بلی اور کتے کا جو مالک ہوتا ہے وہ پہچان جاتا ہے اپنے بلی یا کتے کے چہرے کے تاثرات سے, لیکن خرگوش کے چہرے کے تاثرات جو ہے نا وہ بالکل الٹ ہوتے ہیں. اور اس کی خوشی اس وقت اپنے عروج پہ ہوتی ہے
جب یہ ہوا میں جمپ کرتا ہے اور یہ اچھا خاصا اونچا جمپ کرتا ہے اور یہ فلائنگ کک مارنے کے انداز میں جمپ کرتا ہے, یہ ہوا میں اچھل کے اپنی دونوں ٹانگیں ایک طرف مارتا ہے, یہ اس کی خوشی کی انتہا ہوتی ہے. آپ سمجھ لیں کہ اگر خرگوش یہ حرکت کر رہا ہے تو اس وقت وہ بہت خوش ہے. نہیں تو سر یہ کب جمپ مارتا ہے, خوش کس چیز سے ہوتا ہے؟ جب اس کو اس کے ابو آئی فون لے کے دیتے ہیں. خرگوش کے ابو کو اپنے بچوں کے لیے آئی فون لے کے دینا تو دنیا کا ناممکن ترین کام ہے. اب 14 بچوں کو آئی فون لے کے دینا. نہیں سر ہو بھی سکتا ہے, ایسی کون سی بات ہے, شاید کسی خرگوش کا اپنا اخبار ہو. سر جی اس کا گوشت بھی کھایا جاتا ہے؟ کھایا جاتا ہے, لیکن اس کے لیے ضروری ہے کہ آپ اس کے گوشت کھانے کے پہلے عادی ہو جائیں. ہمارے ہاں خرگوش کی جو پرورش ہے, فارمنگ جو ہے, وہ زیادہ کامیاب اسی لیے نہیں ہو سکی کہ خرگوش کے گوشت کے ٹیسٹ کے عادی نہیں ہوئے, ہمیں زیادہ پسند نہیں ہے اور اسی لیے اس کی فارمنگ بھی زیادہ کامیاب نہیں ہے. وہ اپنی فر کی وجہ سے اس کی فارمنگ کی جاتی ہے جو بہت مہنگے داموں فروخت ہوتی ہے. اس کی جو فر ہے, یعنی اس کی بال جو ہے اس کے, خاص طور پہ جو جرمن انگورا ریبٹس ہیں, اور بھی کئی نسلیں ہیں اور پاکستان کے کئی شہروں میں اس کی اب فارمنگ کی جا رہی ہے. اور لیکن وہ کی گوشت کی وجہ سے نہیں جاتی, بلکہ گوشت اس کا ایک اس کی فر جو ہے نا وہ بیچی جاتی ہے. مگر سر اس کو فر سے کیا ہے, اس کا تو تعلق گوشت سے ہے. یہ تو دکان سے بوٹ لینے جائے نا تو کہتا ہے اس میں کتنا گوشت ہوتا ہے. یہ اس کے گوشت سے تعلق اتنا گہرا ہے کہ یہ اس کی فر بھی کھانے کے لیے پوچھتا ہے. گوشت تو سر جی اس کا صرف انسان ہی نہیں کھاتے, یہ جو کتوں کی ریس ہوتی ہے اس میں جو ان کو دوڑانے کے لیے جو چیز آرٹیفیشل بنا کے تار پہ چڑھی ہوتی ہے وہ بھی خرگوش کی طرح کی ہوتی ہے. اور جنگلوں میں خرگوش کا شکار جو ہے کتوں کے ذریعے وہ بہت زیادہ مقبول کھیل ہے. بالکل. اور لوگ اسے بڑے شوق سے کرتے ہیں اس شکار کو اور دیکھتے بھی ہیں. اچھا, پالتو جانور کے طور پہ جب آپ اس کو رکھتے ہیں گھر میں تو اس کو سدھایا بھی جا سکتا ہے. کتے اور بلی کی طرح خرگوش کو بھی مختلف کرتب سکھائے جا سکتے ہیں, مختلف چیزیں سکھائی جا سکتی ہیں. اور اس میں عام طور پہ جو ہے وہ نر جو ہے نا وہ بہت کم سیکھتا ہے, مادہ جو ہے نا خرگوشنی وہ جلدی سیکھ جاتی ہے, وہ جلدی سدھائی جا سکتی ہے. سر جی یہ جو آپ نے اس کو گھوڑے سے ملایا ہے خرگوش کو, تو خرگوش کے رنگ بھی تقریباً اتنے ہی ہوتے ہیں جتنے گھوڑے کے ہوتے ہیں. ہاں جی, شکر ہے آپ کا رنگ نہیں ہوتا خرگوش میں. اچھا, دنیا میں جتنے بھی خرگوش ہیں نا اس کا نصف سے بھی زیادہ حصہ جو ہے وہ نارتھ امریکہ میں پایا جاتا ہے. اچھا جی, نصف سے بھی زیادہ. اتنا خرگوش ہے ادھر سے؟ نہیں تو ان لوگوں کو شوق ہے یا وہ اس کا دونوں طرح کا. وہاں پہ وائلڈ ریبٹس بھی ہوتے ہیں اور جو کیجڈ ریبٹس ہیں وہ بھی ہیں. گڈ. ویسے تو سر ہمارے بچپن میں پاکستان میں بھی بہت زیادہ خرگوش پائے جاتے تھے. آپ کی بات ٹھیک ہے کہ یہ گھر کچے ہوتے تھے اس وقت. اب گھر چونکہ سارے ہی پکے ہوتے ہیں, ویڑے سین کچے سین رہے ہی نہیں ہیں, اس لیے خرگوش بیچارے نے پھر آہستہ 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 پنڈال ریشاں رکھا. اور پھر جو خرگوش ہے وہ خرگوش اور کچھوے کی کہانی تک محدود ہو کے رہ گیا. ناظرین, یہاں میں لینا ایک چھوٹا سا وقفہ, ہمارے ساتھ رہیے گا. کچھ آپ کر لیں, کوئی کام کر لیں, کوئی کسی کے سامنے حرکت کر لیں, کوئی اپنی پلاننگ بتا لیں, فوری طور پہ حوصلہ شکنی شروع ہو جاتے ہیں. اچھا جی, ایک عجیب سی خامی جو معاشرے میں بہت سخت پیدا ہو گئی ہوئی ہے, عادت, اس کا بھی آج ذکر کرتے چلیں. جی ضرور. حوصلہ شکنی جو ہے نا جی وہ ہماری عادت بن گئی. ہم حوصلہ افزائی کرنے کی بجائے دوست, احباب, بہن, بھائی, بچے, بزرگ حوصلہ شکنی کرتے ہیں. کچھ آپ کر لیں, کوئی کام کر لیں, کوئی کسی کے سامنے حرکت کر لیں, کوئی اپنی پلاننگ بتا لیں, فوری طور پہ حوصلہ شکنی شروع ہو جاتی ہے. ذہن ہی بن گیا. یہ کیڑا کام شروع کر لیا. یہ تو میرے سکی پھوپھی دے پتر نے کیتا سی, انہوں گھاٹا پہ گیا, پھر انہوں ہارٹ اٹیک ہویا, بیچارہ 3 سال چ فوت ہو گیا. او یار خدا دا واسطہ ہی, اس نے کام شروع کیا, تم نے اسے فوت بھی کر دیا. دعا نہیں دیتے. سچ مچ مطلب حوصلہ افزائی کرنی ہی نہیں ہے. آپ یار ہوٹل کھول رہے ہو, پڑھے لکھے ہو کے کس لیے تم نے پھر ماسٹر کیا بھائی؟ اوہو اتنے سال 16 سال ضائع کر دیے.
अनपढ़ बंदे भी होटल चला रहे हैं, फिर नहीं था पढ़ाना, नहीं थे माँ बाप के पैसे जाया करने, होटल खोल लिए यार। नहीं यार, वो फलां ने खोला था तो बड़ा अच्छा चल गया था, इसलिए मैंने भी खोल लिया। ओ यार बेवकूफ, वो तो अनपढ़ था इसलिए उसका चल गया। तो पढ़े लिखे आदमी हो गए यार, कहाँ प्लेटें धोते फिरोगे बेवकूफ। और अगर ਉਹਦਾ होटल चल गया तो सब तो पहले मुफ्तियां दी लिस्ट च ਇਹਦਾ नाम ਹੁੰਦਾ। आपने भरा दा होटल बहुत अच्छा यार, कमाल उसने होटल खोला है भाई मेरे ने। और नाल है भी कहने मैं ही ਇਹਨੂੰ मशवरा देता ਸੀ कि खोल ले, तेरा काम चल पाएगा। हाय हाय हाय, बाद चो उसकी प्लानिंग में पार्टनरशिप कर लेते हैं। 9 ਤੋਂ 12 तक मैं ਉੱਥੇ ही ना। ऐसी उम्मीदें जगाने वाली कौम है हम कि अस्पताल में किसी की अयादत करने जाते हैं तो बंदा जो है जिसकी आप अयादत कर रहे हो बिस्तर में पड़ा हुआ है, उसे जाके पूछते हैं कि क्यों आया सी, वो कहते हैं बस ही कमर पे इधर को दाने से ओए होए 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 यार मेरे मामू दा दोस्त बिल्कुल यही कमर ते दाड़े निकले सी, बाद पता लगा सी कि जो दिल काम करना छड़ गया और 2 हफ्ते जो मर गया सी। अगला गुस्से च कवे ਉਹਦੇ ਜ਼ਹਿਰ ਦੇ ਦਾਣੇ ਸਨ ਮੇਰੇ ਸਾਦੇ ਨੇ। नहीं यकीन करें कि यानी हॉस्पिटल में जाके मरीज की इयादत करने गए जिसका बुनियादी मकसद ही दिलजोरी करना है, उसका हौसला बढ़ाना है कि अगर आपको पता भी है इंशाल्लाह ठीक हो जाएंगे, फलां को भी हुआ था वो ठीक हो गया था, हम कहते नहीं फलां को हुआ था वो मर गया था। अच्छा, इसमें जो अक्लमंद लोग होते हैं वो बाकायदा प्लान करके हौसला अफजाई करते हैं। मुझे याद है मेरे एक दोस्त के बड़े भाई मौजम साहब मरहूम, अल्लाह ताला उनको जन्नत में जगह दे, वो मौजम भाई बीमार हो गए बेचारे, उनको कैंसर हो गया ये वो, तो वो बहुत कमज़ोर हो गए। तो मैं उनकी खबर लेने के लिए गया तो मैंने उसे फ़ोन किया मैं आ रहा हूँ, तो वो मेरा दोस्त जो था जुल्फ़कार वो बाहर खड़ा था। उसने कहा कि तुम भाईजान मौजम को जब देखोगे तो तुम्हारी एकदम आंखें रह जाएंगी, इतने वो कमज़ोर हो गए हुए हैं, मगर कंट्रोल करना। वाह, उनको तुमने यही कहना है कि कोई ऐसी बात नहीं, आप तो ठीक हो गए। वो बेचारे अल्लाह महीने बाद फौत हो गए थे। लोग इतनी एहतियात करते हैं और हमें दूसरों को भी एहतियात करनी चाहिए। कोई अगर कोई चीज घर कोई बनाएगा लाजमन जाके उसमें से नुक्स निकाले। उसने सारी जिंदगी की मेहनत करके अपनी बनाया यार, दाद दो उसे, भाई बहुत अच्छा बन गया, वेरी गुड, बहुत अच्छे, अल्लाह ताला आपको हंडाना नसीब करे, रहना नसीब करे, गल मुक गई। पत्थर ने लाए पत्थर तो तिलक जागो, एवं कहते हैं। हाँ हाँ, लाजमन हौसला शिकनी करनी है। यही हालत स्कूलों कॉलेजों में पढ़ाई के हवाले से है। आप कुछ भी बच्चे को रखवा दें, जनरल साइंस रखे साइंस रख लिया, ओहो तो बड़ी मुश्किल होती है। हाँ, अगर कोई कहते ना कि मैंने बच्चे को एफएससी में एडमिशन, बस किसी से दुश्मनी करवानी हो ना तो उसके बच्चे को एफएससी रखवा। हाँ जी, साइंस रखवा दियो, नहीं जी जनरल साइंस ना रखाना यार, तो बंदा कभी जी इन्हें कुत्ता रखा दीजिए, कुत्ता रख ले बच्चा। जानते हो यार, खुदा के वास्ते एक दूसरे की हौसला अफजाई करो, एक दूसरे को दाद दो, एक दूसरे के साथ प्यार करो, बर्दाश्त करो। ये लफ्ज बर्दाश्त करो, हम ये बर्दाश्त नहीं कर पा रहे होते कि अगले को कह देते हो ये कौन सा कारोबार शुरू कर लिया। मेरा अपना ये मुशाहिदा है कि जहां पे आप हौसला अफजाई रखते हैं ना जी, वहां पे कामयाबी नजदीक आ जाती है। जहां पे आप हौसला शिकनी शुरू कर देते हैं तो वो बेचारा आखिरकार आके के पस्त हो जाता है बंदा, वो फिर शिकस्त ज़दा हो जाता है तो इंसान ही ना। अच्छा, फिर ये भी है कि कोई जवान आदमी बेचारा या कोई स्टूडेंट जी अपनी फीस के लिए, या उसके पास वक्त है, हिम्मत है, तो अपने घर के अखराजात में अपने बाप का हाथ बटाने के लिए अगर पढ़ाई के साथ कोई काम शुरू कर देता है, ये डिलीवरी बॉय के तौर पे काम करता है या कोई कैब चलानी शुरू कर देता है, इंतहाई फजूल गुफ्तगू उसके दोस्त शुरू कर देते हैं। ऐਵੇਂ वादे लगाना शुरू, आ भाई डिलीवरी बॉय। यार आप बाहर के मुमालिक में जाके देखें, खुदा की कसम अपनी आंखों से मैंने देखा हुआ है, बहुत बड़े होटल में एक बच्ची जो है वो रूम सर्विस का काम कर रही है और वो बता रही है कि ये मेरे बाप का है होटल, मेरा बाप इसका मालिक है। हमने खुद यहाँ पे टेक अवे कई ऐसे देखे हैं, ये जो अपना फास्ट फूड के रेस्टोरेंट बाहर के मुमालिक में, जहाँ पे 10-10, 12-12, 15-15 साल की बच्चियां, बेटियां काम कर रही हैं वहां खड़ी होके, धड़ाधड़ सामान पकड़ा रही हैं लोगों को, और वो हफ्ते में कोई 1 दिन 2 दिन 3 दिन कुछ चंद घंटे वहां काम करके अपनी फीस लेके जाती हैं। सही। खुदा के वास्ते जवान हो या बूढ़ा हो या कोई भी हो,
हौसला अफजाई करे। नाज़रीन, ये था आज का इस्पे हाल। और चलते चलते उस बाबा जी की छोटी सी बात, जिसके पास मौत के फरिश्ते ने आके कहा बाबा जी मैं आपकी जान लेने आया हूं, और उन्होंने बीवी की तरफ इशारा करके कहा ये बैठी है ले जाओ। नजर खुश रहे, खुश रखें। आपसे मुलाकात होगी इंशाल्लाह कल। अल्लाह हाफिज।